ਪਹਿਲਾਂ ਤਾਂ ਇੱਕ ਓਵਰਵਿਊ ਜਿਹਾ ਹੈ ਸਾਡਾ ਕਿ ਜਿਹੜੇ ਨਵੇਂ ਲੋਕ ਨੇ ਉਹਨਾਂ ਦੀ ਜਾਣਕਾਰੀ ਵਾਸਤੇ ਕਿ ਕਿਸ ਤਰ੍ਹਾਂ ਦੀਆਂ ਮੌਰਗੇजेस ਅਵੇਲੇਬਲ ਨੇ ਮਾਰਕੀਟ 'ਚ। ਹਾਂਜੀ, ਦੇਖੋ ਜੋ ਅੱਜ ਤੁਹਾਡੇ ਕੋਲ ਲੈਸ ਦੈਨ 20% ਡਾਊਨ ਪੇਮੈਂਟ ਆ, ਤੁਹਾਡੇ ਇੱਕੋ ਹੀ ਆਪਸ਼ਨ ਆ ਐਂਡ ਦੈਟ ਇਜ਼ ਏ ਬੈਂਕ, ਜਿਹਨੂੰ ਆਪਾਂ ਇੰਸ਼ੋਰਡ ਮੌਰਗੇजेस ਕਹਿੰਦੇ। ਬੀ ਬੈਂਕਸ ਨਹੀਂ ਕਰਦੇ ਇੰਸ਼ੋਰਡ ਮੌਰਗੇजेस। ਫਸੇ ਹੋਏ ਨੇ ਜਿਨ੍ਹਾਂ ਨੂੰ ਕਿਤੋਂ ਕੁਝ ਨਹੀਂ ਮਿਲਦਾ, ਉਹ ਪ੍ਰਾਈਵੇਟ ਕੋਲ ਜਾਂਦੇ ਨੇ। ਉਹ ਫਿਰ ਪ੍ਰਾਈਵੇਟ ਕੋਲ ਜਾਂਦੇ ਆ। ਹਾਂਜੀ, ਪਰ ਉੱਥੇ ਹੈ ਕਿ ਉੱਥੇ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ, ਆਲਮੋਸਟ ਦੁੱਗਣਾ ਹੀ ਹੋ ਗਿਆ। ਹਾਂਜੀ, ਕੌਣ ਪ੍ਰਾਈਵੇਟ ਲੈ ਰਿਹਾ? ਪ੍ਰਾਈਵੇਟ ਉਹ ਲੈ ਰਿਹਾ, ਪਹਿਲਾਂ ਤਾਂ ਪ੍ਰਾਈਵੇਟ ਦੇ ਕੌਣ ਰਿਹਾ? ਹਾਂਜੀ, ਪ੍ਰਾਈਵੇਟ ਹੈ ਗਿਆ ਲੈਂਡਰਸ ਹੈ ਗਿਆ ਕਿ ਆਪਾਂ ਨੂੰ ਕਹਿੰਦੇ ਮਿਕ ਮੌਰਗੇਜ ਇਨਵੈਸਟਮੈਂਟ ਕਾਰਪੋਰੇਸ਼ਨਸ। ਆ ਕੋਈ ਇੰਡੀਵਿਜੂਅਲ ਬੰਦੇ ਨਹੀਂ ਆ, ਦੇ ਐਕਚੁਅਲੀ ਲਾਈਕ ਲੈਂਡਰਸ, ਰਜਿਸਟਰਡ ਲੈਂਡਰਸ ਆ ਜਿਹਨੂੰ ਆਪਾਂ ਕਹਿੰਦੇ। ਓਕੇ, ਤੇ ਬਹੁਤ ਸਾਰੇ ਹੈਗੇ ਆ। ਉਹਨਾਂ ਦਾ ਕੀ ਡਿਫਰੈਂਸ ਹੈ ਏ ਤੇ ਬੀ ਨਾਲੋਂ? ਜਨਰਲੀ ਉਹ ਇਨਕਮ ਨਹੀਂ ਵੈਰੀਫਾਈ ਕਰਦੇ। ਕਿਹੜੇ ਸਾਡੇ ਕੁਆਲੀਫਾਈਂਗ ਰੇਸ਼ੀਓਜ਼ ਆ, ਕਿਹੜੇ ਏ ਤੇ ਬੀ ਯੂਜ਼ ਕਰਦੇ ਆ ਕਿ ਹਾਂ ਤੁਹਾਡੀ ਇਨਕਮ ਇਨਫ ਆ ਟੂ ਕੁਆਲੀਫਾਈ ਫॉर ਦ ਮੌਰਗੇਜ। ਪ੍ਰਾਈਵੇਟ ਨਹੀਂ ਕੁਆਲੀਫਾਈ ਕਰਦੇ ਤੁਹਾਨੂੰ ਮੌਰਗੇਜ ਵਾਸਤੇ। ਉਹ ਡਾਇਰੈਕਟਲੀ ਕੈਨੇਡਾ 'ਚ ਟੈਕਸ ਚੋਰੀ ਨੂੰ ਪ੍ਰਮੋਟ ਕਰ ਰਿਹਾ। ਇਨਫੋਰਮੇਸ਼ਨ ਜਿਹੜਾ ਸੈਸ਼ਨ ਹੀ ਹੋਏਗਾ ਸਾਡਾ ਅਗਲਾ, ਇਹ ਜਿਹੜੇ ਹੋਮ ਬਾਇਰਸ ਨੇ, ਖਾਸ ਕਰਕੇ ਜਿਹੜੇ ਨਵੇਂ ਹੋਮ ਬਾਇਰਸ ਨੇ, ਉਹਨਾਂ ਦੀ ਸਮਝ ਵਾਸਤੇ। ਕਿਉਂਕਿ ਜਦੋਂ ਮੌਰਗੇਜ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਮੌਰਗੇਜ ਦਾ ਜਿਹੜਾ ਪੂਰਾ ਤੰਤਰ ਹੈ, ਢਾਂਚਾ ਹੈ, ਉਹਦੀ ਪੂਰੀ ਸਮਝ ਨਾ ਹੋਣ ਕਰਕੇ ਕਈ ਵਾਰ ਉਹ ਗਲਤ ਫੈਸਲੇ ਲੈਂਦੇ ਨੇ। ਸੋ ਮੌਰਗੇਜ ਸੈਕਟਰ 'ਚ ਜੋ ਆਪਸ਼ਨਸ ਅਵੇਲੇਬਲ ਨੇ, ਕੀ ਅਵੇਲੇਬਲ ਹੈ ਅਤੇ ਕਿਹੜੀ ਦਾ ਕੀ ਚੰਗਾ ਮਾੜਾ ਪੱਖ ਹੈ, ਅਤੇ ਜਦੋਂ ਫੈਸਲਾ ਲੈਣ ਵੇਲੇ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਉਹਨਾਂ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ। ਅਤੇ ਸਾਡੇ ਨਾਲ ਸਟੂਡੀਓ 'ਚ ਅੰਮ੍ਰਿਤਾ ਭੋਗਲ ਨੇ, ਮੌਰਗੇਜ ਸਪੈਸ਼ਲਿਸਟ ਨੇ, ਅਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਜੀ ਅੰਮ੍ਰਿਤਾ ਜੀ, ਤੁਹਾਡਾ ਸਵਾਗਤ ਬਹੁਤ-ਬਹੁਤ। ਥੈਂਕ ਯੂ ਸ਼ਿਮਲ ਜੀ, ਅਤੇ ਆਪਣੇ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ। ਆਮ ਕਰਕੇ ਜਿਹੜਾ ਨਵਾਂ ਬੰਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਮੌਰਗੇਜ 'ਚ ਕੀ ਆਪਸ਼ਨਸ ਨੇ। ਹਾਂਜੀ, ਅਤੇ ਉਹਨੂੰ ਜੋ ਐਡਵਾਈਜ਼ਰ ਨੇ ਦੱਸ ਦਿੱਤਾ, ਜਾਂ ਆਮ ਕਰਕੇ ਸਾਡੇ ਕਮਿਊਨਿਟੀ ਤਾਂ ਰਿਐਲਟਰ ਨੇ ਜੋ ਦੱਸ ਦਿੱਤਾ, ਕਈ ਵਾਰ ਉੱਥੋਂ ਹੀ ਫੈਸਲੇ ਲੈਂਦੇ ਨੇ। ਅਤੇ ਬਾਅਦ ਵਿੱਚ ਫਿਰ ਕਈ ਵਾਰ ਉਦੋਂ ਜਾ ਕੇ ਸਮਝ ਆਉਂਦੀ ਹੈ ਕਿ ਜਦੋਂ ਕਾਫੀ ਤੁਸੀਂ ਫਸਾ ਲਿਆ ਹੁੰਦਾ ਆਪਣੇ ਆਪ ਨੂੰ। ਪਹਿਲਾਂ ਤਾਂ ਇੱਕ ਓਵਰਵਿਊ ਜਿਹਾ ਹੈ ਸਾਡਾ ਕਿ ਜਿਹੜੇ ਨਵੇਂ ਲੋਕ ਨੇ ਉਹਨਾਂ ਦੀ ਜਾਣਕਾਰੀ ਵਾਸਤੇ ਕਿ ਕਿਸ ਤਰ੍ਹਾਂ ਦੀਆਂ ਮੌਰਗੇजेस ਅਵੇਲੇਬਲ ਨੇ ਮਾਰਕੀਟ 'ਚ। ਹਾਂਜੀ, ਦੇਖੋ ਜੋ ਆਪਾਂ 3 ਮੇਨ ਕੈਟੇਗਰੀਜ਼ ਹੁੰਦੇ ਜੋ ਆਪਾਂ ਲੈਂਡਰਸ ਦੀ ਗੱਲ ਕਰੀਏ। ਓਕੇ, ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਜਾਂ ਤੁਸੀਂ ਇਨਵੈਸਟਮੈਂਟ ਜੋ ਵੀ ਲੈ ਰਹੇ, ਆਪਾਂ ਪਹਿਲਾਂ ਸਮਝੇ ਕਿ ਆਪਣੇ ਕੋਲ 3 ਮੇਨ ਕੈਟੇਗਰੀਜ਼ ਹੁੰਦੇ ਆ। ਏ ਬੈਂਕਸ ਹੁੰਦੇ ਆ, ਕਿੱਦਾਂ ਜੋ ਆਪਾਂ ਲੈ ਲਈਏ TD, ਸਕੋਸ਼ੀਆ, RBC, MCAP, ਆ ਸਾਰੇ ਏ ਸਕੈਜੂਲ ਏ ਬੈਂਕਸ ਹੁੰਦੇ ਆ। ਓਕੇ, ਫਿਰ ਆਉਂਦਾ ਸੈਕੰਡ ਕੈਟੇਗਰੀ ਜਿਹਨੂੰ ਆਪਾਂ ਕਹਿੰਦੇ ਸਕੈਜੂਲ ਬੀ ਬੈਂਕਸ, ਹੋਮ ਟਰਸਟ, ਫਰਸਟ ਨੈਸ਼ਨਲ ਐਕਸਕੈਲਿਬਰ, ਕਮਿਊਨਿਟੀ ਟਰਸਟ। ਆਹ ਸਕੈਜੂਲ ਬੀ ਬੈਂਕਸ ਹੁੰਦੇ ਜਿਹਨਾਂ ਨੂੰ ਬੀ ਲੈਂਡਰ ਕਹਿੰਦੇ। ਆਪਾਂ ਜ਼ਰੂਰ ਸਮਝੇ ਬਿਕੋਜ਼ ਮਾਰਕੀਟ 'ਚ ਆ ਕਿ ਬੀ ਲੈਂਡਰ ਪ੍ਰਾਈਵੇਟ ਆ। ਬੀ ਲੈਂਡਰ ਇਜ਼ ਨਾਟ ਪ੍ਰਾਈਵੇਟ। ਫਿਰ ਆਉਂਦੇ ਆਪਣੇ ਪ੍ਰਾਈਵੇਟ ਲੈਂਡਰਸ। ਓਕੇ, ਹੁਣ ਸ਼ਿਮਲ ਜੀ ਆਪਾਂ ਆਹ ਡਿਫਰੈਂਸ਼ੀਏਟ ਕਰੀਏ ਬਿਟਵੀਨ ਤਿੰਨਾਂ 'ਚ ਕੀ ਡਿਫਰੈਂਸਿਸ ਆ, ਸਾਨੂੰ ਐਜ਼ ਅ ਕਲਾਇੰਟ ਨੂੰ ਕਿੱਦਾਂ ਪਤਾ ਅਸੀਂ ਕਿੱਥੇ ਕੁਆਲੀਫਾਈ ਕਰਦੇ ਹਾਂ। ਓਕੇ, ਪਹਿਲੀ ਚੀਜ਼ ਆਹ ਸਮਝੋ ਤਾਂ ਇਫ ਯੂ ਹੈਵ ਲੈਸ ਦੈਨ 20% ਡਾਊਨ, ਜੋ ਅੱਜ ਤੁਹਾਡੇ ਕੋਲ ਲੈਸ ਦੈਨ 20% ਡਾਊਨ ਪੇਮੈਂਟ ਆ, ਤੁਹਾਡੇ ਇੱਕੋ ਹੀ ਆਪਸ਼ਨ ਆ ਐਂਡ ਦੈਟ ਇਜ਼ ਏ ਬੈਂਕ, ਜਿਹਨੂੰ ਆਪਾਂ ਇੰਸ਼ੋਰਡ ਮੌਰਗੇजेस ਕਹਿੰਦੇ। ਬੀ ਬੈਂਕਸ ਨਹੀਂ ਕਰਦੇ ਇੰਸ਼ੋਰਡ ਮੌਰਗੇजेस। ਹਾਂ, ਬੀ ਬੈਂਕਸ ਦੇ ਇਹ ਡਿਪਾਰਟਮੈਂਟ ਹੁੰਦੇ, ਬਟ ਆਹ ਨਹੀਂ ਕਿ ਅਸੀਂ ਕਾਰ ਲੈ ਲਿਆ, ਸਾਡੇ ਕੋਲ ਮਿਨੀਮਮ ਡਾਊਨ ਆ, ਅਸੀਂ ਇਨਕਮ ਵੀ ਨਹੀਂ ਦਿਖਾਉਂਦੇ ਅਤੇ ਸਾਨੂੰ ਨਾ ਏ ਬੈਂਕ ਤੋਂ ਚਾਹੀਦੀ ਆ। ਦੈਟ ਇਜ਼ ਨਾਟ ਪੋਸੀਬਲ। ਏ ਬੈਂਕ ਵਾਸਤੇ ਇਫ ਯੂ ਹੈਵ ਲੈਸ ਦੈਨ 20 ਡਾਊਨ, ਤੁਹਾਡੇ ਵਾਸਤੇ ਏ ਬੈਂਕ ਆ। ਓਕੇ, ਬੀ ਬੈਂਕ 'ਤੇ ਕਿਹੜੇ ਕਲਾਇੰਟਸ ਜਾਂਦੇ ਆ? ਨਹੀਂ, ਜੇ ਤੁਹਾਡੇ ਕੋਲ 20% ਤੋਂ ਘੱਟ ਡਾਊਨ ਹੈ, ਹਾਂਜੀ, ਅਤੇ ਫਿਰ ਤੁਸੀਂ ਸਿਰਫ ਇਹ ਜਿਹੜੇ ਬੈਂਕ ਨੇ, ਕਰੈਕਟ, ਮੇਨ ਜਿਹੜੇ ਬੈਂਕ ਨੇ, ਸਿਰਫ ਉਹਨਾਂ ਤੋਂ ਲੈ ਸਕਦੇ ਹੋ। ਹਾਂਜੀ, ਆਈ ਮੀਨ ਮੋਨੋ ਲੈਂਡਰਸ ਹੁੰਦੇ, ਕਿੱਦਾਂ ਆਪਾਂ ਕਹਿ ਲਈਏ ਡੂਕਾ, ਹਾਂ ਉਹ ਸਾਰੇ, ਬਟ ਮੀਨਿੰਗ ਕਿ ਇਹ ਕਿਹੜੇ ਸਕੈਜੂਲ ਏ ਹੁੰਦੇ ਆ ਲੈਸ ਦੈਨ 20 ਵਾਸਤੇ, ਉੱਥੇ ਤੁਸੀਂ ਜਾ ਸਕਦੇ ਆ। ਹੁਣ ਤੁਸੀਂ ਪੁੱਛੋਗੇ ਫਿਰ ਅੰਮ੍ਰਿਤਾ ਕੌਣ ਜਾਂਦਾ ਬੀ 'ਤੇ, ਕਿਹਨਾਂ ਕੋਲ 20 ਤੇ ਜ਼ਿਆਦਾ ਆ? ਹਾਂ, ਅਫਕੋਰਸ ਯੂ ਨੀਡ 20% ਔਰ ਮੋਰ ਡਾਊਨ, ਬਟ ਬੀ ਬੈਂਕ 'ਤੇ ਉਹ ਕਲਾਇੰਟਸ ਜਾਂਦੇ ਆ ਕਿਹੜੇ ਜਨਰਲੀ ਸੈਲਫ ਇੰਪਲੋਇਡ ਕਲਾਇੰਟਸ ਹੁੰਦੇ ਸ਼ਮੀਲ ਜੀ, ਅਤੇ ਇਨਕਮ ਉਹ ਬਹੁਤ ਘੱਟ ਦਿਖਾਉਂਦੇ ਆਪਦੇ ਟੈਕਸ ਰਿਟਰਨਸ 'ਤੇ। ਇਨਕਮ ਹੈਗੀ ਆ, ਪਰ ਜੋ ਡਿਕਲੇਅਰ ਕਰਦੇ ਆ ਟੈਕਸ ਰਿਟਰਨਸ 'ਤੇ ਉਹ ਬਹੁਤ ਘੱਟ ਆ। ਓਕੇ, ਤੁਸੀਂ ਕਹੋਗੇ ਉਹ ਏ ਬੈਂਕ 'ਤੇ ਕਿਉਂ ਨਹੀਂ ਜਾ ਸਕਦੇ?
ਬਿਕੋਜ਼ ਜਨਰਲੀ ਕਿਹੜੇ ਇਹ ਬੈਂਕ ਆ ਉਹ ਇਨਕਮ ਦੋ ਤਰ੍ਹਾਂ ਐਨਾਲਾਈਜ਼ ਕਰਦੇ ਆ ਮਤਲਬ ਵੈਰੀਫਾਈ ਕਰਦੇ ਨੇ ਵੈਰੀਫਾਈ ਜਾਂ ਤੁਸੀਂ ਇੰਪਲੋਇਡ ਆ ਫਿਰ T4 ਹੋ ਗਏ ਪੇ ਸਟੱਬ ਹੋ ਗਏ ਜੋ ਸੈਲਫ ਇੰਪਲੋਇਡ ਆ ਉਹਨਾਂ ਨੇ ਤੁਹਾਡੇ ਟੈਕਸ ਰਿਟਰਨਸ ਦੇਖਣੇ ਆ ਹਾਂ ਤੁਸੀਂ ਬਣਾਉਣੇ 1.5 ਲੱਖ ਆ ਤੁਸੀਂ ਦਿਖਾਇਆ ਕਲਾ ਡਿਕਲੇਅਰ ਕੀਤਾ ਕਲਾ 30,000 ਉਹਨਾਂ ਨੇ ਉਹ 30,000 ਹੀ ਯੂਜ਼ ਕਰਨਾ ਇਨਕਮ ਵਾਸਤੇ ਸੋ ਤੇ ਮੁਸ਼ਕਿਲ ਆ ਜਾਂਦੀ ਹੈ ਇਹ ਬੈਂਕ ਨਾਲ ਕੁਆਲੀਫਾਈ ਕਰਨਾ ਡਿਫਰੈਂਟ ਆਹ ਆ ਬੀ ਬੈਂਕ 'ਚ ਬੀ ਬੈਂਕ ਕਹਿੰਦੇ ਆ ਤੁਸੀਂ ਸੈਲਫ ਇੰਪਲੋਇਡ ਕਲਾਇੰਟ ਆ ਅਸੀਂ ਤੁਹਾਡੇ 12 ਮਹੀਨਿਆਂ ਦੇ ਬਿਜ਼ਨਸ ਬੈਂਕ ਸਟੇਟਮੈਂਟਸ ਦੇ ਡਿਪੋਜ਼ਿਟਸ ਦੇਖਣੇ ਆ ਉਹ ਟੈਕਸ ਰਿਟਰਨਸ ਨਹੀਂ ਦੇਖਦੇ ਸੈਲਫ ਇੰਪਲੋਇਡ ਕਲਾਇੰਟਸ ਦੇ ਵੈਸੇ ਜੇ ਇਹੀ ਚੀਜ਼ ਬੈਂਕ ਵੀ ਕਰ ਲੈਣਾ ਹਾਂਜੀ ਤੇ ਜ਼ਿਆਦਾ ਬਿਹਤਰ ਨਹੀਂ ਹੋਏਗਾ ਤੁਸੀਂ ਇਹ ਸਾਰਾ ਇੰਨਾ ਕਨਫਿਊਜ਼ਨ ਹੈ ਮਾਰਕੀਟ 'ਚ ਨਹੀਂ ਕਨਫਿਊਜ਼ਨ ਨਹੀਂ ਪਰ ਤੁਸੀਂ ਦੇਖੋ ਸ਼ਿਮੀ ਜੀ ਇਟਸ ਅ ਵੈਰੀ ਇੰਪੋਰਟੈਂਟ ਚੀਜ਼ ਕਿ ਕਿਉਂ ਅੱਧਾ ਕਰਦੇ ਆ ਓਕੇ ਪਹਿਲਾਂ ਤੁਸੀਂ ਆ ਸਮਝੋ ਕਿਉਂ ਆਪਾਂ ਘੱਟ ਇਨਕਮ ਦਿਖਾਉਂਦੇ ਆ ਬਿਕੋਜ਼ ਆਪਾਂ ਇਨਕਮ ਟੈਕਸ ਨਹੀਂ ਦੇਣਾ ਅਸੀਂ ਜੇ ਟੈਕਸ ਚੋਰੀ ਕਰਨੀ ਹੈ ਹਾਂ ਓਕੇ ਸੋ ਇਹ ਬੈਂਕ ਕਹਿੰਦੇ ਅਸੀਂ ਉਹੀ ਯੂਜ਼ ਕਰਾਂਗੇ ਹੈਗੇ ਕਲਾਇੰਟਸ ਕਿਹੜੇ ਜੋ ਬਣਾਉਂਦੇ ਫੁੱਲੀ ਡਿਕਲੇਅਰ ਕਰਦੇ ਆ ਉਹ ਪਰ ਵੈਸੇ ਬੈਂਕਾਂ ਨੇ ਵੀ ਇਹ ਲੈਂਡਰ ਨੇ ਵੀ ਅੱਖਾਂ ਹੀ ਮੀਚੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਾਰਕੀਟ 'ਚ ਜਿਹੜੇ ਪੇਪਰ ਆ ਰਹੇ ਨੇ ਉਹ ਕਿਹੜੇ ਬਹੁਤ ਜੈਨੂਨ ਇਨਕਮ ਵਾਲੇ ਹੁੰਦੇ ਆ ਹੁਣ ਦੇਖੋ ਜਦੋਂ ਡਿਫਾਲਟਸ ਹੋ ਰਿਹਾ ਹੁਣ ਇਹ ਬੈਂਕ ਵੀ ਕਾਫੀ ਸਟ੍ਰਿਕਟ ਹੋ ਰਿਹਾ ਹਾਂ ਪਹਿਲਾਂ ਦੇ ਵਰ ਅਲਾਉਇੰਗ ਇਟ ਅ ਸਰਟਨ ਪਰਸੈਂਟੇਜ ਹੋ ਰਹੇ ਸੀਗੇ ਬਟ ਆਪਾਂ ਵੀ ਕੈਨ ਨਾਟ ਸੇ ਕਿ ਆਹ ਹੋ ਰਿਹਾ ਆ ਆਪਾਂ ਅਸਿਊਮ ਕਰ ਰਿਹਾ ਹੋ ਰਿਹਾ ਆ ਬਟ ਬੀ ਬੈਂਕ ਕਹਿੰਦੇ ਆ ਅਸੀਂ ਤੁਹਾਨੂੰ ਸਿੱਧੀ ਤਰ੍ਹਾਂ ਮੌਰਗੇਜ ਦੇਵਾਂਗੇ ਤੁਹਾਡੇ 12 ਮਹੀਨੇ ਦੇ ਬੈਂਕ ਸਟੇਟਮੈਂਟਸ ਦਿਖਾ ਦਿਓ ਦੇਖੋ ਜਨਰਲੀ ਹੁਣ ਆਈ ਨੋ ਟਰੱਕਿੰਗ 'ਚ ਜਾਂ ਕਿ ਆਪਣੇ IT ਪ੍ਰੋਫੈਸ਼ਨਲਸ ਆ ਦੇ ਮੇਕ ਉਹ ਬਹੁਤ ਪੈਸੇ ਬਣਾਉਂਦੇ ਆ ਉਹ ਕਹਿੰਦੇ ਸਾਨੂੰ 12 ਮਹੀਨੇ ਦੇ ਬੈਂਕ ਸਟੇਟਮੈਂਟਸ ਦਿਖਾ ਦਿਓ ਅਸੀਂ ਤੁਹਾਡੀ ਦੇਖ ਲਾਂਗੇ ਐਵਰੇਜ ਕੀ ਹੈ ਲਾਸਟ 12 ਮੰਥਸ ਦੀ ਐਜ਼ ਅ ਟਰੱਕ ਆਪਰੇਟਰ ਤੁਹਾਡੇ ਕੀ ਐਕਸਪੈਂਸਿਸ ਆ ਡਿਡਕਟ ਕਰਕੇ ਵੀ ਵਿਲ ਯੂਜ਼ ਦੈਟ ਫੁੱਲ ਨੈਟ ਇਨਕਮ which is generally Shamil ji 3 to 4 times more than ਜੋ ਤੁਸੀਂ ਆਪਦੇ ਟੈਕਸ ਰਿਟਰਨਸ ਦਿਖਾ ਰਹੇ ਆ ਓਕੇ A ਤੇ B 'ਚ ਕੀ ਫਰਕ ਆ ਦੋਨੇ ਬੈਂਕ ਆ ਹੋਰ ਕੀ ਫਰਕ ਆ ਬਿਟਵੀਨ A ਬੈਂਕ ਐਂਡ B ਬੈਂਕ B ਬੈਂਕ ਦਾ ਰੇਟ ਸਲਾਈਟਲੀ ਹਾਇਰ ਹੁੰਦਾ A ਬੈਂਕ ਨਾਲੋਂ ਫਰਸਟ ਚੀਜ਼ ਤੇ ਜਨਰਲੀ ਸਾਰੇ B ਬੈਂਕ 1% ਫੀ ਚਾਰਜ ਕਰਦੇ ਆ ਪਲੀਜ਼ ਆਪਣੇ ਲਿਸਨਰਸ ਨੂੰ ਆ ਸਮਝਣਾ ਚਾਹੀਦਾ ਕਿ ਆ ਬ੍ਰੋਕਰ ਦੀ ਫੀ ਨਹੀਂ ਆ ਲੈਂਡਰ ਦੀ ਫੀ ਆ ਦਿਸ ਇਜ਼ ਦ ਲੈਂਡਰ ਚਾਰਜਿੰਗ ਜਦੋਂ ਤੁਹਾਨੂੰ ਅਪਰੂਵਲ ਵੀ ਆਉਂਦਾ ਉਹਦੇ ਵਿੱਚ ਕਲੀਅਰਲੀ ਲਿਖਿਆ ਹੁੰਦਾ 1% ਲੈਂਡਰ ਫੀ ਇਜ਼ ਬੇਸਡ ਔਨ ਤੁਹਾਡਾ ਲੋਨ ਅਮਾਊਂਟ ਤੁਸੀਂ 1.2 ਦਾ ਲਿੱਤਾ ਸੋ ਇੱਕ ਤਾਂ ਉਹਨਾਂ ਨੇ ਰੇਟ ਆਫ ਇੰਟਰਸਟ ਵੱਧ ਚਾਰਜ ਕਰਨਾ ਹਾਂਜੀ ਪਲੱਸ ਨਾਲ ਉਹਨਾਂ ਨੇ 1% ਲੈਂਡਰ ਫੀ ਵੀ ਲੈਣੀ ਵਨ ਟਾਈਮ ਫੀ ਆ ਨਾਟ ਕਿ ਰੀਨਿਊਅਲ ਤੇ ਵਾਪਸ ਉਹ ਫੀ ਲੈਣਗੇ ਇਟਸ ਅ ਵਨ ਟਾਈਮ ਫੀ ਆਫ ਦ ਲੋਨ ਅਮਾਊਂਟ 8 ਲੱਖ ਦਾ ਲੋਨ ਆ ਤਾਂ ਉਹਨਾਂ ਨੇ $8,000 ਚਾਰਜ ਕਰਨਾ ਤੁਸੀਂ ਕਹੋਗੇ ਸ਼ਮੀਲ ਜੀ ਪਰ ਹੁਣ ਇੱਕ ਤਾਂ ਇੰਟਰਸਟ ਵੀ ਰੇਟ ਵੀ ਜ਼ਿਆਦਾ ਲੈ ਰਿਹਾ ਉਹ ਫੀ ਵੀ 1% ਜ਼ਿਆਦਾ ਲੈ ਰਿਹਾ ਇਟਸ ਸਟਿਲ ਅ ਬੈਟਰ ਆਪਸ਼ਨ ਕਿਉਂ ਲੈਟਸ ਟੇਕ ਐਨ ਐਗਜ਼ਾਮਪਲ ਆ ਸ਼ਮੀਲ ਜੀ ਤੁਸੀਂ 120 ਬਣਾ ਰਹੇ ਆ ਤੁਸੀਂ ਸਾਰਾ ਡਿਕਲੇਅਰ ਕਰਦੇ ਆਪਦਾ ਇਨਕਮ ਤੁਸੀਂ ਇਨਕਮ ਟੈਕਸ ਮਿਨੀਮਮ 30% ਦੋਗੇ ਉਹਦੇ 'ਤੇ ਕਰੈਕਟ ਆਲਮੋਸਟ 36,000 ਹੋ ਗਿਆ ਇਨਕਮ ਟੈਕਸ ਐਵਰੀ ਈਅਰ ਤੁਸੀਂ 36,000 ਭਰਦੇ ਆ ਲੈਟਸ ਅਸਿਊਮ ਕਿ ਤੁਸੀਂ ਬੈਂਕ ਤੋਂ ਮੌਰਗੇਜ ਲੈਣੇ 3 ਸਾਲ ਦੀ ਟਰਮ 'ਤੇ 3 ਸਾਲ 'ਤੇ ਤੁਸੀਂ 36 ਦੇਤਾ ਤੁਸੀਂ $1,00,000 ਇਨਕਮ ਟੈਕਸ 'ਚ ਦੇਤਾ ਕਰੈਕਟ ਬਿਲਕੁਲ ਜੋ ਤੁਸੀਂ B ਬੈਂਕ 'ਤੇ ਜਾ ਵੀ ਗਏ 1% ਤੁਸੀਂ $8,000 ਦੇਤਾ ਤੇ ਅੱਧਾ ਟੂ 1% ਇੰਟਰਸਟ ਰੇਟ ਵੀ ਜ਼ਿਆਦਾ ਦੇਤਾ ਜੋ 3 ਸਾਲਾਂ 'ਚ ਐਕਸਟਰਾ ਇੰਟਰਸਟ ਰੇਟ 20,000 ਵੀ ਆ ਟੋਟਲ ਤੁਸੀਂ $30,000 ਦੇਤਾ ਐਕਸਟਰਾ ਕਿਤੇ $1,00,000 ਕਿਤੇ 30,000 ਉਹ ਸਮਝਣ ਦੀ ਗੱਲ ਆ ਜਿਹੜੇ B ਲੈਂਡਰਸ ਨੇ ਉਹ ਡਾਇਰੈਕਟਲੀ ਕੈਨੇਡਾ 'ਚ ਟੈਕਸ ਚੋਰੀ ਨੂੰ ਪ੍ਰਮੋਟ ਕਰ ਰਹੇ ਨਹੀਂ ਟੈਕਸ ਚੋਰੀ ਨੂੰ ਨਹੀਂ ਪ੍ਰਮੋਟ ਕਰ ਰਹੇ ਉਹ ਕਹਿੰਦੇ ਕਿ ਤੁਸੀਂ ਸੈਲਫ ਇੰਪਲੋਇਡ ਆ ਅਸੀਂ ਅੰਡਰਸਟੈਂਡ ਕਰਦੇ ਕਿ ਸਮਟਾਈਮਸ ਵੀ ਡੋਂਟ ਡਿਕਲੇਅਰ ਅਵਰ ਫੁੱਲ ਇਨਕਮ ਜਾਂ ਤੁਸੀਂ ਚੋਰੀ ਨਹੀਂ ਆ ਲੈਟਸ ਸੇ ਤੁਸੀਂ ਇਨਕੋਪਰੇਟਡ ਆ ਤੁਹਾਡੇ ਰਿਟੇਨਡ ਅਰਨਿੰਗਸ ਆ ਤੁਸੀਂ ਆਪਦੀ ਇਨਕਮ ਕੋਆਪਰੇਸ਼ਨ 'ਚ ਛੱਡ ਰਹੇ ਆ ਦੈਟ ਇਜ਼ ਨੋਟ ਚੋਰੀ ਬਿਕੋਜ਼ ਰਿਟੇਨਡ ਅਰਨਿੰਗਸ ਤੁਸੀਂ ਆਪਦੀ ਕੋਆਪਰੇਸ਼ਨ 'ਚ ਛੱਡ ਸਕਦੇ ਜੋ ਤੁਸੀਂ 1.5 ਲੱਖ ਬਣਾਉਣੇ ਪਰ ਤੁਸੀਂ ਇਕੱਲਾ ਆਪਦੀ ਸੈਲਰੀ 40,000 ਵਿਡਰਾ ਕਰੇ ਦ ਰੈਸਟ ਇਜ਼ ਰਿਟੇਨਡ ਅਰਨਿੰਗਸ ਉਹ ਚੋਰੀ ਨਹੀਂ ਆ ਬਟ 40,000 ਨਾਲ ਤੁਹਾਨੂੰ ਕਿਹੜੀ ਮੌਰਗੇਜ ਮਿਲੂਗੀ ਸੋ ਦ ਪੁਆਇੰਟ ਇਜ਼ ਕਿ ਜਦੋਂ ਤੁਸੀਂ ਕਰ ਲੈਂਦੇ ਆ ਜੋ ਤੁਹਾਨੂੰ ਕੋਈ ਰੀਅਲਟਰ ਜਾਂ ਕੋਈ ਮੌਰਗੇਜ ਏਜੰਟ ਕਹਿੰਦਾ ਵਿਦਆਊਟ ਅੰਡਰਸਟੈਂਡਿੰਗ ਤੁਹਾਡੀ ਸਿਚੁਏਸ਼ਨ ਤੁਹਾਡੀ ਮੌਰਗੇਜ ਕਰਾ ਦਾਂਗੇ ਤੁਸੀਂ ਆਪਦੇ ਸੈਲਫ ਨੂੰ ਪੁੱਛੋ ਨਾ ਉਹਨੇ ਮੈਨੂੰ ਕੁਝ ਪੁੱਛਿਆ ਨਾ ਉਹਨੇ ਅੰਡਰਸਟੈਂਡ ਕੀਤਾ ਮੇਰੀ ਕੀ ਇਨਕਮ ਉਹਨੇ ਮੈਨੂੰ ਕਿੱਦਾਂ ਕਹਤਾ ਆਈ ਕੁਆਲੀਫਾਈ
that is very very important ਕਿ ਤੁਸੀਂ right ਬੰਦੇ ਨਾਲ ਕੰਮ ਕਰੋ। ਦੇਖੋ ਸ਼ਮੀ ਜੀ ਕਿਹੜੇ mortgage agents ਹੁੰਦੇ ਆ, right professionals ਹੁੰਦੇ ਆ, ਉਹ ਵੀ ਐਨਾਲਾਈਜ਼ ਕਰਨ ਨੂੰ ਤੁਹਾਨੂੰ ਕਹਿਣ ਨੂੰ ਕਿ ਸ਼ਮੀ ਜੀ ਤੁਸੀਂ ਕੁਆਲੀਫਾਈ ਕਰਦੇ, ਉਹ ਵੀ ਆਪਦੇ ਸੈਲਫ ਤੇ ਬਰਡਨ ਲੈ ਰਹੇ ਆ, ਉਹ ਵੀ ਤੁਹਾਡਾ ਵੇਟ ਚੁੱਕ ਰਹੇ। ਬਟ ਕਿਹੜਾ ਤੁਹਾਨੂੰ ਕਹਿ ਰਿਹਾ ਤੁਸੀਂ ਲੈ ਲਓ, ਰੀਅਲਟਰ ਕਹਿ ਰਿਹਾ ਜਾਂ ਏਜੰਟ ਕਹਿ ਰਿਹਾ, ਰਿਮੈਂਬਰ ਸਾਰੀ ਟੀਮ ਹੁੰਦੀ ਹੈ, ਲਾਇਰ, there is lots of them in the market, but you as in ਤੁਹਾਡੀ ਵੀ ਕੋਈ ਰਿਸਪੌਂਸਿਬਿਲਿਟੀ ਹੈ ਟੂ ਅੰਡਰਸਟੈਂਡ ਉਹਨਾਂ ਨੇ ਮੈਨੂੰ ਕਿੱਦਾਂ ਕਹਿਤਾ ਕੁਆਲੀਫਾਈ ਵਿਦਆਊਟ ਅੰਡਰਸਟੈਂਡਿੰਗ। ਸੋ ਜਿਵੇਂ ਤੁਸੀਂ ਗੱਲ ਕੀਤੀ, ਆਪਾਂ ਏ ਲੈਂਡਰ ਦੀ ਗੱਲ ਕੀਤੀ, ਜਿਹੜੇ ਮੇਨ ਬੈਂਕ ਨੇ, ਦੈਨ ਜਿਹੜੇ ਹੋਰ ਫਾਈਨੈਂਸ਼ੀਅਲ ਅਦਾਰੇ ਨੇ, ਕੁਛ ਬੀ ਲੈਂਡਰ ਜਿਹਨਾਂ ਨੂੰ ਕਿਹਾ ਜਾਂਦਾ, ਅਤੇ ਤੀਸਰੇ ਆਉਂਦੇ ਨੇ ਜਿਹਨਾਂ ਨੂੰ ਸੀ ਲੈਂਡਰ ਅਸੀਂ ਕਹਿੰਦੇ, ਜਿਹੜੇ ਪ੍ਰਾਈਵੇਟ ਲੋਨ ਦੇਣ ਵਾਲੇ ਨੇ। ਉਹ ਕੀ ਚੀਜ਼ ਹੈ? ਓਕੇ, ਹੁਣ ਪ੍ਰਾਈਵੇਟ 'ਚ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਸੋਚਣਾ ਕਿ ਤੁਸੀਂ ਪ੍ਰਾਈਵੇਟ ਲੈ ਰਹੇ ਆ, ਕਿਉਂ ਲੈ ਰਹੇ ਆ, ਅਤੇ ਤੁਹਾਡਾ ਪਲਾਨ ਕੀ ਆ ਉਹ ਸਿਚੁਏਸ਼ਨ 'ਚੋਂ ਨਿਕਲਣਾ। ਓਕੇ, ਕੌਣ ਪ੍ਰਾਈਵੇਟ ਲੈ ਰਿਹਾ? ਪ੍ਰਾਈਵੇਟ ਉਹ ਲੈ ਰਿਹਾ, ਪਹਿਲਾਂ ਤਾਂ ਪ੍ਰਾਈਵੇਟ ਦੇ ਕੌਣ ਰਿਹਾ? ਹਾਂਜੀ, ਪ੍ਰਾਈਵੇਟ ਹੈਗੇ ਆ ਲੈਂਡਰਸ ਹੈਗੇ ਆ, ਕਿਹੜੇ ਆਪਾਂ ਨੂੰ ਕਹਿੰਦੇ ਮਿਕ, ਮੌਰਗੇਜ ਇਨਵੈਸਟਮੈਂਟ ਕਾਰਪੋਰੇਸ਼ਨਸ। ਆ ਕੋਈ ਇੰਡੀਵਿਜੂਅਲ ਬੰਦੇ ਨਹੀਂ ਆ, ਦੇ ਆਰ ਐਕਚੁਅਲੀ ਲਾਈਕ ਲੈਂਡਰਸ, ਰਜਿਸਟਰਡ ਲੈਂਡਰਸ ਆ ਕਿਹਨੂੰ ਆਪਾਂ ਕਹਿੰਦੇ। ਓਕੇ, ਅਤੇ ਬਹੁਤ ਸਾਰੇ ਹੈਗੇ ਆ। ਉਹਨਾਂ ਦਾ ਕੀ ਡਿਫਰੈਂਸ ਹੈ ਏ ਅਤੇ ਬੀ ਨਾਲੋਂ? ਜਨਰਲੀ ਉਹ ਇਨਕਮ ਨਹੀਂ ਵੈਰੀਫਾਈ ਕਰਦੇ, ਕਿਹੜੇ ਸਾਡੇ ਕੁਆਲੀਫਾਈਂਗ ਰੇਸ਼ੀਓਜ਼ ਆ, ਕਿਹੜੇ ਏ ਅਤੇ ਬੀ ਯੂਜ਼ ਕਰਦੇ ਆ ਕਿ ਹਾਂ ਤੁਹਾਡੀ ਇਨਕਮ ਇਨਫ ਆ ਟੂ ਕੁਆਲੀਫਾਈ ਫॉर ਦ ਮੌਰਗੇਜ। ਪ੍ਰਾਈਵੇਟ ਨਹੀਂ ਕੁਆਲੀਫਾਈ ਕਰਦੇ ਤੁਹਾਨੂੰ ਮੌਰਗੇਜ ਵਾਸਤੇ, ਉਹ ਆ ਨਹੀਂ ਦੇਖਦੇ ਤੁਹਾਡੀ ਇਨਕਮ ਇਨਫ ਆ ਟੂ ਮੇਨਟੇਨ ਦ ਪ੍ਰੋਪਰਟੀ, ਤੁਹਾਡੇ ਇਨਵੈਸਟਮੈਂਟਸ, ਤੁਹਾਡੇ ਖਰਚੇ, ਉਹ ਕੁਛ ਨਹੀਂ ਦੇਖਦੇ। ਪ੍ਰਾਈਵੇਟ 'ਤੇ ਉਹ ਜਾਂਦੇ ਸ਼ਮੀਲ ਜੀ, ਲੈਟਸ ਸੇ ਅੱਜ ਤੁਹਾਡੇ ਕੋਲ ਇਨਕਮ ਹੈਗੀ ਆ, ਬਟ ਤੁਸੀਂ ਵੈਰੀਫਾਈ ਨਹੀਂ ਕਰ ਸਕਦੇ, ਨਾ ਹੀ ਤੁਸੀਂ ਬੈਂਕ ਸਟੇਟਮੈਂਟਸ ਨਾਲ ਵੈਰੀਫਾਈ ਕਰ ਸਕਦੇ, ਨਾ ਤੁਸੀਂ ਟੈਕਸ ਰਿਟਰਨਸ ਨਾਲ ਕਰ, ਬਟ ਤੁਹਾਡੇ ਕੋਲ ਇਨਕਮ ਹੈਗੀ ਆ, ਕੈਸ਼ ਇਨਕਮ ਹੋਊਗੀ ਜਾਂ ਤੁਹਾਡੇ ਕੋਲ ਇਨਕਮ ਹੈਗੀ ਆ, ਬਟ ਯੂ ਕੈਨ ਨਾਟ ਵੈਰੀਫਾਈ ਦ ਕਰੈਕਟ ਵੇ। ਉਹ ਹੋ ਜਾਂਦੇ ਆ ਪ੍ਰਾਈਵੇਟ, ਜਾਂ ਉਹ ਹੋ ਜਾਂਦੇ ਪ੍ਰਾਈਵੇਟ ਕਿਹੜੇ ਫਸੇ ਹੋਏ ਆ। ਹੁਣ ਉਹ ਕਹਿੰਦੇ ਕਿ ਦੇਖੋ ਅਸੀਂ ਕਾਰ ਲੈ ਲਿਆ, ਸਾਡੇ ਕੋਲ ਡਾਊਨ ਪੇਮੈਂਟ ਹੈਗੀ ਆ, ਬਟ ਸਾਡੇ ਕੋਲ ਏ ਜਾਂ ਬੀ 'ਤੇ ਨਹੀਂ ਕੁਆਲੀਫਾਈ ਹੁੰਦੇ, ਜਾਂ ਉਹ ਲੈ ਲੈਂਦੇ ਕਾਰ, ਉਹਨਾਂ ਨੂੰ ਕੋਈ ਕਹਿ ਦਿੰਦੇ ਹਾਂ ਤੁਹਾਡੀ ਹੋ ਜੂਗੀ, ਨਹੀਂ ਹੁੰਦੀ ਲਾਸਟ ਮਿੰਟ, ਕੋਲ ਆਪਸ਼ਨ ਹੀ ਨਹੀਂ ਹੈਗੀ, ਉਹ ਪ੍ਰਾਈਵੇਟ ਜਾਂਦੇ ਆ। ਜਾਂ ਉਹ ਵੀ ਜਾਂਦੇ ਆ ਪ੍ਰਾਈਵੇਟ ਸ਼ਮੀਲ ਜੀ, ਕਿਹਨਾਂ ਨੇ ਨਾ ਫਲਿੱਪ ਕਰਨੀਆਂ ਹੁੰਦੀਆਂ ਪ੍ਰੋਪਰਟੀਜ਼, ਸ਼ਾਰਟ ਟਰਮ ਵਾਸਤੇ ਲੈਣੀ ਹੁੰਦੀ ਆ, ਓਪਨ ਮੌਰਗੇਜ ਚਾਹੀਦੀ ਹੁੰਦੀ ਆ, ਜਾਂ ਉਹਨਾਂ ਨੂੰ ਸੈਕੰਡ ਮੌਰਗੇਜ ਚਾਹੀਦੀ ਆ। ਅੱਜ ਇਹਨਾਂ ਦੀ ਫਸਟ ਮੌਰਗੇਜ ਏ ਬੈਂਕ ਨਾਲ ਆ, ਉਹਨਾਂ ਕੋਲ ਐਕੁਇਟੀ ਬਣੀ ਹੋਈ ਆ ਘਰ 'ਚ, ਹੁਣ ਥੋੜ੍ਹੇ ਜਿਹੇ ਜਾਂ ਉਹਨਾਂ ਨੇ ਬੇਸਮੈਂਟ ਖਤਮ ਕਰਨੀ, ਜਾਂ ਫਸੇ ਹੋਇਆ, ਉਹਨਾਂ ਨੂੰ ਸੈਕੰਡ ਮੌਰਗੇਜ ਚਾਹੀਦੀ ਆ, ਕਰਜ਼ੇ ਬਹੁਤ ਵੱਧ ਗਿਆ, ਪ੍ਰਾਈਵੇਟ ਦੇ ਸਕਦੇ ਤੁਹਾਨੂੰ। ਉਹ ਕਿਹੜੇ ਜਨਰਲੀ ਫਸੇ ਹੁੰਦੇ ਆ, ਜਾਂ ਉਹਨਾਂ ਦਾ ਪਲਾਨ ਹੁੰਦਾ ਸੀ ਸ਼ਾਰਟ ਟਰਮ ਹੀ ਰਹਿਣਾ, ਉਹ ਪ੍ਰਾਈਵੇਟ ਜਾਂਦੇ ਆ। ਦੇਖੋ ਪ੍ਰਾਈਵੇਟ ਮੌਰਗੇਜ ਲੈਣੀ ਬਹੁਤ ਆਸਾਨ ਆ, ਬਹੁਤ ਆਸਾਨ ਆ, ਬਿਕੋਜ਼ ਤੁਹਾਨੂੰ ਉਹ ਦੇ ਦਿੰਦੇ ਆ। ਬਟ ਤੁਸੀਂ ਆਪਣੇ ਸੈਲਫ ਨੂੰ ਆਹ ਇੱਕ ਕੁਐਸਚਨ ਪੁੱਛਿਆ ਕਰੋ ਕਿ ਹਾਂ ਅੱਜ ਮੈਨੂੰ ਪ੍ਰਾਈਵੇਟ ਦੇ ਰਹੇ, ਪਰ ਮੇਰਾ ਕੀ ਪਲਾਨ ਆ, ਮੈਂ ਕਿੱਦਾਂ ਨਿਕਲਣਾ ਸਿਚੁਏਸ਼ਨ। ਤੁਸੀਂ ਕਿੰਨੀ ਦੇਰ ਰਹੋਗੇ ਪ੍ਰਾਈਵੇਟ 'ਚ? ਸੋ ਜਿੰਨੀ ਲੈਣੀ ਆਸਾਨ ਹੈ ਉਨੀ ਉਤਾਰਨੀ ਔਖੀ ਹੈ। ਹਾਂ, ਜਦੋਂ ਪ੍ਰਾਈਵੇਟ ਲੈਣੇ ਆਪਣੇ ਸੈਲਫ ਨੂੰ ਜ਼ਰੂਰ ਆਹ ਕੁਐਸਚਨ ਪੁੱਛੋ ਕਿ ਮੈਂ ਆਹ ਸਿਚੁਏਸ਼ਨ 'ਚੋਂ ਕਿੱਦਾਂ ਨਿਕਲਣਾ। ਹੁਣ ਦੇਖੋ ਸ਼ਮੀਲ ਜੀ, ਲੈਜਿਟਲੀ ਸਾਡੇ ਕੋਲ ਕਲਾਇੰਟਸ ਹੈਗੇ ਆ, ਕਿੰਨਾ ਕੋਲ ਉਹਨਾਂ ਦੇ ਬਿਜ਼ਨਸ ਇਜ਼ ਸੈਟਅਪ ਆ ਡਿਫਰੈਂਟ ਕੰਟਰੀਜ਼ 'ਚ, ਅਫਰੀਕਾ 'ਚ, ਦੁਬਈ 'ਚ, ਇੰਡੀਆ 'ਚ। ਹੁਣ ਦੇ ਕੈਨ ਨਾਟ ਵੈਰੀਫਾਈ ਦੇਅਰ ਇਨਕਮ। ਹਾਂ, ਕੈਨੇਡੀਅਨ ਸਿਟੀਜ਼ਨ ਉਹ ਹੈਗੇ ਆ, ਉਹਨਾਂ ਕੋਲ ਇਨਕਮ ਬਹੁਤ ਆ, ਬਟ ਦੇ ਕੈਨ ਨਾਟ ਵੈਰੀਫਾਈ ਇਨ ਟੂ ਦ ਕੈਨੇਡੀਅਨ ਸਿਸਟਮ। ਦੇ ਗੋ ਟੂ ਪ੍ਰਾਈਵੇਟ, ਦੈਟ ਇਜ਼ ਅ ਲੈਜਿਟ ਕੇਸ ਕਿ ਉਹਨਾਂ ਕੋਲ ਇਨਕਮ ਹੈਗੀ। ਹੁਣ ਉਹ ਹੈਗਾ ਕਿ ਕਿਹਨਾਂ ਦੀ ਮੌਰਗੇਜ ਨਹੀਂ ਹੋਈ, ਏ ਤੋਂ ਬੀ ਉਹਨਾਂ ਨੇ ਟਰਾਈ ਕਰਕੇ ਸਾਰੇ ਕਿਤੇ ਆਪਦੇ ਬਲੌਕ ਕੀਤੇ, ਉਹਨਾਂ ਕੋਲ ਸੀ। ਉਹ ਕਲਾਇੰਟਸ ਆਪਦੇ ਸੈਲਫ ਨੂੰ ਪੁੱਛਣਾ ਸੀ ਆ ਸਿਚੁਏਸ਼ਨ 'ਚੋਂ ਕਿੱਦਾਂ ਨਿਕਲਾਂਗੇ। ਦੇਖਾ ਦੇਖੀ ਸਾਡੇ, ਇਹ ਤਾਂ ਤੁਸੀਂ ਬਹੁਤ ਵੱਡੀ ਪਿਕਚਰ ਪੇਸ਼ ਕਰਤੀ। ਸਾਡੇ ਤੇ ਜਿਹੜੇ ਆਮ ਸਧਾਰਨ ਕੰਮ ਕਰਨ ਵਾਲੇ ਨੇ ਉਹ ਪ੍ਰਾਈਵੇਟ ਤੋਂ ਲੈ ਲੈਂਦੇ ਨੇ। ਹਾਂ, ਹੁਣ ਦੇਖੋ ਮੇਰੇ ਕੋਲ ਕਲਾਇੰਟ ਹੈਗੇ, ਉਹਨਾਂ ਕੋਲ ਫਸਟ ਮੌਰਗੇਜ ਹੈਗੀ ਆ, ਕਰਜ਼ਾ ਆਲਮੋਸਟ 1.5 ਲੱਖ ਦਾ ਹੈਗਾ ਉਹਨਾਂ 'ਤੇ, ਅਤੇ ਉਹ ਕਹਿੰਦੇ ਅਮ੍ਰਿਤਾ ਸਾਨੂੰ ਸੈਕਿੰਡ ਕਰ ਦਿਓ। ਉਹ ਕੁਆਲੀਫਾਈ ਵੀ ਕਰਦੇ, ਆਈ ਮੀਨ ਸੈਕਿੰਡ ਪ੍ਰਾਈਵੇਟ ਤੋਂ। ਬਟ ਮੇਰਾ ਕੁਐਸਚਨ ਸੀ ਅਤੇ ਤੁਸੀਂ ਨਿਕਲਣਾ ਕਿੱਦਾਂ ਸਿਚੁਏਸ਼ਨ 'ਚ? 1.5 ਲੱਖ ਲੈਣਾ ਤਾਂ ਬਹੁਤ ਆਸਾਨ ਆ ਸੈਕਿੰਡ ਮੌਰਗੇਜ। ਮੈਂ ਕਿਹਾ ਮੈਂ ਤੁਹਾਨੂੰ ਕਰ ਦੇਣੀ, ਪਰ ਮੈਨੂੰ ਆਹ ਸਮਝਾਓ ਤੁਸੀਂ ਆਹ ਸਿਚੁਏਸ਼ਨ 'ਚੋਂ 1.5 ਲੱਖ ਤੁਸੀਂ ਉਤਾਰਨਾ ਕਿੱਦਾਂ ਆ? ਉਹਨਾਂ ਦਾ ਆਹ ਉਹਨਾਂ ਦਾ ਲੈਜਿਟ ਸੀਗਾ ਕਿ ਅਮ੍ਰਿਤਾ ਸਾਨੂੰ ਮੇਰੀ ਫਸਟ ਮੌਰਗੇਜ ਦੀ ਰੀਨਿਊਅਲ ਆ ਰਹੀ ਆ ਅਗਸਤ 2025 'ਚ, ਕਹਿੰਦੇ ਉਦੋਂ ਤੱਕ ਮੈਂ ਵੇਚ ਕੇ ਦੋਨੇ ਉਤਾਰ ਦੇਣੇ। ਦੇਰ ਇਜ਼ ਅ ਪਲਾਨ।
ਸੋ ਸ਼ਮੀਲ ਜੀ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਰਾਈਟ ਬੰਦੇ ਨਾਲ ਕੰਮ ਕਰੋ, ਕਿ ਤੁਹਾਡੀ ਸਿਚੁਏਸ਼ਨ ਵੀ ਸਮਝੇ, ਨੋਟ ਕਿ ਹਾਂ ਤੁਹਾਨੂੰ ਲੋੜ ਆ ਲਓ, ਬਿਕੋਜ਼ ਕੱਲ੍ਹ ਉਹ ਨਹੀਂ ਪੇ ਹੁੰਦੀ। ਹੁਣ ਸਾਡੇ ਕੋਲ ਆ ਵੀ ਕਲਾਇੰਟ ਹੈਗੇ ਕਿ ਇਹਨਾਂ ਨੇ ਲਿੱਤੇ ਹੋਇਆ ਕਿ ਕਹਿੰਦੇ ਸੀ ਅਸੀਂ ਵੇਚ ਲਾਂਗੇ, ਉਦੋਂ ਤੱਕ ਸਾਡਾ ਆਹ ਹੋ ਜੂਗਾ, ਰੇਟ ਘੱਟ ਜਾਣਗੇ, ਐਕੁਇਟੀ ਵੱਧ ਜੂਗੀ। ਹੁਣ ਗੈਸ ਵਾਟ, ਉਹੀ ਪ੍ਰਾਈਵੇਟ ਉਹਨਾਂ ਦੇ ਘਰ ਵੇਚ ਰਿਹਾ। ਤੁਸੀਂ ਸੁਣਿਆ ਹੋਣਾ ਕਿੰਨੇ ਡਿਸਟਰੈਸ ਸੇਲਸ ਆ ਮਾਰਕੀਟ 'ਚ ਅੱਜ। ਉਹੀ ਪ੍ਰਾਈਵੇਟ ਮੌਰਗੇਜ ਉਹਨਾਂ ਦੇ ਘਰ ਵੇਚ ਰਿਹਾ। ਹੁਣ ਸਾਲ ਦੇ ਤੁਸੀਂ ਇਕੱਲਾ ਇੱਕ ਤਾਂ ਇੰਟਰਸਟ ਦਿੱਤਾ, 12 ਮਹੀਨੇ ਤੁਸੀਂ 8-9% ਦੇ ਇੰਟਰਸਟ ਹੀ ਇਕੱਲਾ ਦਿੱਤਾ। ਉਹ ਪੂਰਾ ਅੱਛਾ, ਹੁਣ ਇਹਨਾਂ ਦਾ ਇੰਟਰਸਟ ਰੇਟ ਦਾ ਕੀ ਫਰਕ ਹੈ ਵੀ ਜਿਵੇਂ ਜਿਹੜੇ ਇਹ ਲੈਂਡਰ ਨੇ, ਹਾਂਜੀ, ਉਹਨਾਂ ਦਾ ਇੰਟਰਸਟ ਜੋ ਬੈਂਕਾਂ ਦਾ ਰੇਟ ਹੈ ਉਹ ਕੀ ਚੱਲ ਰਿਹਾ ਅੱਜ? ਜੋ ਆਪਾਂ 3 year ਫਿਕਸਡ ਕਰੀਏ, ਜਨਰਲੀ ਸਾਰੇ ਅੱਜ 3 year ਫਿਕਸ ਲੈ ਰਹੇ ਆ, ਵੇਰੀਏਬਲ ਲੈ ਰਹੇ ਆ। ਅੱਜ 3 year ਫਿਕਸਡ ਇਜ਼ ਅਰਾਊਂਡ 4.2-4.3 ਮਿਲ, ਕਾਫੀ ਕੰਪੈਟੀਟਿਵ ਹੋ ਗਿਆ ਆ। ਅੱਛਾ, ਵੇਰੀਏਬਲ ਰੇਟ ਜੋ ਕਿ ਪ੍ਰਾਈਮ 5.95 ਤੇ ਆ, ਪ੍ਰਾਈਮ -0.8 ਵੀ ਮਿਲ ਰਿਹਾ, ਕਈ ਤਾਂ ਪ੍ਰਾਈਮ -0.9 ਵੀ ਦੇ ਰਿਹਾ, which means ਤੁਹਾਨੂੰ ਅਰਾਊਂਡ 5.1 ਤੇ ਅੱਜ ਮੌਰਗੇਜ ਮਿਲ ਸਕਦੀ ਆ। ਤਾਂ ਵੇਰੀਏਬਲ ਤੇ ਫਿਕਸ ਰੇਟ 'ਚ ਆਲਮੋਸਟ ਤੁਸੀਂ ਜੋ ਕਹੋ 0.6-0.7 ਦਾ ਫਰਕ ਆ। ਤੇ ਜਿਹੜੇ ਬੀ ਲੈਂਡਰ ਆ ਉਹਨਾਂ ਦੇ ਜੋ ਆਪਾਂ ਜਨਰਲ ਰੂਲ ਆਫ ਥੰਬ ਕੰਪੇਅਰ ਕਰੀਏ 3 years to 3 years, ਬਿਕੋਜ਼ ਕਲਾਇੰਟਸ ਕੀ ਕਰਦੇ ਆ, ਉਹ ਅੱਜ ਮੈਨੂੰ 4.5 ਤੇ TD ਦੇ ਰਿਹਾ ਆ, ਤੇ ਤੁਸੀਂ ਕਹਿ ਰਿਹਾ ਕਿ B bank 5.5 but you're comparing a 3 year to a 1 year rate. You have to compare same thing, jo 3 year the fixed A nala te 3 year fixed B nala 0.7 to 0.8 ਦਾ ਫਰਕ ਆ। ਓਕੇ, ਜੋ ਆਪਾਂ ਹੁਣ ਪ੍ਰਾਈਵੇਟ ਦੀ ਗੱਲ ਕਰੀਏ ਬੇਸਡ ਔਨ ਸਿਚੁਏਸ਼ਨ, ਦੇਖੋ ਸ਼ਮੀਲ ਜੀ ਪ੍ਰਾਈਵੇਟ 'ਚ ਆਹ ਦੇਖਦੇ ਕਿ ਐਕੁਇਟੀ ਕਿੰਨੀ ਆ ਘਰ 'ਚ, ਬਹੁਤ ਚੀਜ਼ ਦੇਖਦੇ, ਕ੍ਰੈਡਿਟ ਸਕੋਰ ਦੇ। ਅੱਜ ਤੁਹਾਨੂੰ ਅੱਜ ਪ੍ਰਾਈਵੇਟ 65% ਲੋਨ ਟੂ ਵੈਲਿਊ 7.9 ਤੇ ਵੀ ਮਿਲ ਸਕਦਾ, ਜਾਂ ਤੁਸੀਂ ਕਹੋ ਤੁਹਾਨੂੰ ਪੂਰੀ 80% 'ਚ ਫਿਰ ਤੁਹਾਨੂੰ 9% ਰੇਟ ਮਿਲੂਗਾ, ਫਿਰ ਫੀ ਵੀ ਉਨੀ ਜ਼ਿਆਦਾ ਹੁੰਦੀ ਆ। ਸੋ ਪ੍ਰਾਈਵੇਟ ਦੇ ਬਹੁਤ ਸਾਰੇ ਫੈਕਟਰਸ ਆ ਦੈਟ ਡਿਟਰਮਿਨ ਦਾ ਰੇਟ। ਤੇ ਜੇ ਤਾਂ ਮਤਲਬ ਇਹ ਹੈ ਕਿ ਜੇ ਤਾਂ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ, ਤੁਹਾਡੇ ਇਨਕਮ ਦਾ ਜਿਹੜਾ ਤੁਹਾਡਾ ਟੈਕਸ ਸਾਰਾ ਕੁਛ ਜੇ ਤੇ ਬਿਲਕੁਲ ਸਹੀ ਆ, ਫਿਰ ਤੇ ਬੈਸਟ ਬੈਂਕ ਹੋਏ A ਜਾਂ B। ਤੇ ਜੇ ਤੁਹਾਨੂੰ ਬੀ ਕੋਲ ਕਿਉਂ ਜਾਣਾ? ਜੇ ਬੀ ਕੋਲ ਤਾਂ ਜਾਣਾ ਜੇ ਤੁਸੀਂ ਸੈਲਫ ਇੰਪਲੋਇਡ ਹੋ। ਸੈਲਫ ਇੰਪਲੋਇਡ ਆ, ਤੁਹਾਡੇ ਕੋਲ 5-6 ਪ੍ਰੋਪਰਟੀਜ਼ ਆ, ਜਾਂ ਤੁਹਾਡੇ ਕੋਲ ਇਨਕਮ ਹੈਗੀ ਆ ਬਟ ਇਨਫ ਤੁਸੀਂ ਨਹੀਂ ਡਿਕਲੇਅਰ ਕਰਦੇ, ਉਹ ਸਾਰਿਆਂ ਨੇ ਬੀ ਤੇ ਜਾਣਾ। ਜਿਹੜੇ ਫਸੇ ਹੋਏ ਨੇ ਜਿਹਨਾਂ ਨੂੰ ਕਿਤੋਂ ਕੁਛ ਨਹੀਂ ਮਿਲਦਾ, ਉਹ ਪ੍ਰਾਈਵੇਟ ਕੋਲ ਜਾਂਦੇ ਨੇ। ਉਹ ਫਿਰ ਪ੍ਰਾਈਵੇਟ ਕੋਲ ਜਾਂਦੇ ਆ। ਹਾਂਜੀ, ਪਰ ਉੱਥੇ ਹੈ ਕਿ ਉੱਥੇ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ, ਆਲਮੋਸਟ ਦੁੱਗਣਾ ਹੀ ਹੋ ਗਿਆ। ਹਾਂਜੀ ਸ਼ਮੀਰ, ਡੈਫੀਨੇਟਲੀ ਦੁੱਗਣਾ ਆ ਸ਼ਮੀਰ ਜੀ। ਪਰ ਮੈਂ ਇੱਕ ਚੀਜ਼ ਆਈ ਰੀਅਲੀ ਵਾਂਟ ਟੂ ਐਮਫਸਾਈਜ਼ ਦਿਸ, ਆਪਣੇ ਬੰਦਿਆਂ 'ਚ ਇੱਕ ਪ੍ਰੋਬਲਮ ਹੈਗੀ ਆ। ਉਹ ਤੁਹਾਨੂੰ ਫੋਨ ਕਰਦੇ ਆ, ਅੰਮ੍ਰਿਤ ਅਸੀਂ ਘਰ ਲੈ ਲਿਆ ਆ ਜਾਂ ਲੈਣਾ ਆ, ਹਾਂ ਸਾਡੇ ਕੋਲ 20% ਡਾਊਨ ਹੈਗਾ, ਅਸੀਂ ਸੈਲਫ ਇੰਪਲੋਇਡ ਆ। ਅਤੇ ਦੇਖੋ ਬਿਫੋਰ ਮੈਂ ਕਿਹਾ ਹਾਂ ਤੁਸੀਂ ਤੁਹਾਡੀ ਕੁਆਲੀਫਾਈ, ਆਲਵੇਜ਼ ਅੰਡਰਸਟੈਂਡ ਕਿ ਕੀ ਆ ਕਲਾਇੰਟ ਦੀ ਸਿਚੁਏਸ਼ਨ। ਕਦੀ ਕਲਾਇੰਟ ਨਹੀਂ ਸੁਣਨਾ ਜੋ ਤੁਸੀਂ ਕਹਿੰਦੇ ਆ, ਬਟ ਯੂ ਹੈਵ ਟੂ ਟੈਲ ਦੈਮ ਦ ਟਰੂਥ। ਉਹਨਾਂ ਨੂੰ ਨਹੀਂ ਅੱਛਾ ਲੱਗਦਾ ਜੋ ਤੁਸੀਂ ਕਹਿੰਦੇ ਆ। ਹਾਂ ਸ਼ਮੀਲ ਜੀ, ਅੱਜ ਤੁਹਾਡੀ ਕਲਾਇੰਟ ਦੀ ਕੁਆਲੀਫਿਕੇਸ਼ਨ ਕੱਲੇ B ਬੈਂਕ 'ਤੇ, ਬਟ ਸਾਰੇ ਕਹਿੰਦੇ ਉਹ ਹੋ ਹੀ ਜਾਂਦੀ ਆ, ਮਾਰਕੀਟ 'ਚ ਕਰਾਈ ਰਹੇ ਆ, ਫਿਰ ਤੁਸੀਂ ਵੀ ਕਰ ਦਿਓ। ਨਹੀਂ, ਆਈ ਡੂ ਨੋਟ ਡੂ ਦੈਟ। ਨਾ ਹੀ ਮੈਂ ਤੁਹਾਨੂੰ ਕਹਿਣਾ ਹਾਂ ਮੈਂ ਟਰਾਈ ਕਰ ਦਿੰਦੀ ਹਾਂ, ਆਪਾਂ ਦੇਖ ਲਾਂਗੇ ਕਰ ਲਾਂਗੇ, ਨਹੀਂ। ਉਹੀ ਸੇਮ ਕਲਾਇੰਟ ਸਾਰੇ ਘੁੰਮ ਕੇ ਜਿਹਨਾਂ ਦੀਆਂ ਫਾਈਲਾਂ ਬਲੌਕ ਹੋ ਗਈਆਂ ਆ, ਅਤੇ 3 ਵੀਕ ਰਹਿ ਗਏ ਕਲੋਜ਼ਿੰਗ ਨੂੰ, ਫਿਰ ਫੋਨ ਕਰਦੇ ਕਿ ਸਾਡੀ ਹੋਈ ਨਹੀਂ, ਤੁਸੀਂ ਹੁਣ ਕਰਾ ਦੋਗੇ। ਕਿਉਂ ਨਹੀਂ ਤੁਸੀਂ ਪਹਿਲੇ ਟਾਈਮ 'ਤੇ ਸਮਝ ਲੈਂਦੇ ਕਿ ਜੋ ਤੁਸੀਂ 1% ਰੇਟ ਦੇ ਵੀ ਦਿੱਤਾ ਜ਼ਿਆਦਾ, ਜਾਂ ਤੁਸੀਂ 1% ਫੀ ਜ਼ਿਆਦਾ ਦੇ ਵੀ, ਤੁਸੀਂ ਆਹ ਦੇਖੋ ਤੁਸੀਂ ਇਨਕਮ ਟੈਕਸ ਕਿੰਨਾ ਸੇਵ ਕਰ ਰਹੇ ਆ। ਤੁਸੀਂ ਆਹ ਦੇਖੋ ਤੁਹਾਨੂੰ ਹਾਊ ਮਚ ਰਿਸਕ, ਤੁਸੀਂ ਕੀ ਰਿਸਕ ਲਿੱਤਾ, ਤੁਹਾਡੀਆਂ ਫਾਈਲਾਂ ਸਾਰੇ ਇਹ ਬੈਂਕ 'ਚ ਗਈਆਂ ਆ, ਉੱਥੇ ਬਲੌਕ ਹੋ ਗਿਆ ਆ, ਹੁਣ ਕੀ ਤੁਹਾਨੂੰ ਕੀ ਫਾਇਦਾ ਉਹਦੇ ਵਿੱਚੋਂ? ਕਲਾਇੰਟਸ ਦੇਖੋ, ਆਪਾਂ ਕਹਿੰਦੇ ਕਿ ਹਾਂ ਏਜੰਟਸ ਜਾਂ ਲਾਇਰਸ ਜਾਂ ਰੀਅਲਟਰਸ ਨੇ ਕੰਮ ਖਰਾਬ ਕੀਤਾ, 100% ਮੈਂ ਤੁਹਾਡੇ ਨਾਲ ਅਗਰੀ ਕਰਦੀ ਹਾਂ, ਬਟ ਆਈ ਥਿੰਕ ਆਪਣੇ ਲਿਸਨਰਸ ਕਲਾਇੰਟਸ ਵੀ ਨਹੀਂ ਸੁਣਦੇ ਕਦੀ। ਮੈਂ ਸਾਰਿਆਂ ਦੇ ਨਹੀਂ, ਪਰ ਹੈਗੇ ਆ ਕਲਾਇੰਟਸ ਕਿੰਨਾ ਤੁਸੀਂ ਸਮਝਾਓ, ਕਿੰਨਾ ਵੀ ਸਮਝਾਓ, ਉਹ ਨਹੀਂ ਸੁਣਦੇ। ਜਸ ਇਹ ਤਾਂ ਪ੍ਰੋਬਲਮ ਹੈ ਹੀ ਹੈ ਜੀ। ਹੁਣ ਸ਼ਮੀਲ ਜੀ ਇੱਕ ਹੋਰ ਚੀਜ਼, ਆਪਾਂ ਨੂੰ ਪਤਾ ਕਿ ਕਿੰਨਾ ਨੇ 5 ਸਾਲ ਪਹਿਲਾਂ
ਮੌਰਗੇਜਿਸ ਲਿੱਤੀਆਂ ਸੀਗੀਆਂ ਉਹਨਾਂ ਦੇ ਰੇਟ 2-3% ਤੇ ਸੀਗੇ। ਹੁਣ ਉਹਨਾਂ ਦੇ ਸਾਰਿਆਂ ਦੇ ਮੌਰਗੇਜਿਸ ਹੁਣ ਰੀਨਿਊਅਲ ਵਾਸਤੇ ਆ ਰਹੀਆਂ ਆ। ਓਕੇ, ਕਿਨਾਂ ਨੇ ਕੋਵਿਡ 'ਚ 2020 'ਚ ਵੀ ਲਿੱਤੇ ਸੀ ਉਹਨਾਂ ਦੇ ਵੀ ਆ ਰਿਹਾ ਹੁਣ ਰੀਨਿਊਅਲ ਵਾਸਤੇ। ਸ਼ਮੀਲ ਜੀ ਮੈਨੂੰ ਰੋਜ਼ 10 ਤੋਂ 12 ਫੋਨ ਆਉਂਦੇ ਆ ਕਿ ਅੰਮ੍ਰਿਤਾ ਸਾਡੀ ਰੀਨਿਊਅਲ ਆ ਰਹੀ ਆ, ਸਾਡੀ RBC ਨਾਲ ਆ, ਉਹ ਸਾਨੂੰ ਆਹ ਰੇਟ ਆਫਰ ਕਰ ਰਿਹਾ। ਅਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕਿ ਉਹ RBC 4.5 ਦੇ ਰਿਹਾ, ਬਟ ਮੇਰੇ ਨੇਬਰ ਨੂੰ ਜਾਂ ਮੇਰੇ ਚਾਚੇ ਨੂੰ TD ਨੇ 4.2 ਦਿੱਤਾ ਆ। ਮੈਨੂੰ ਉਹ ਰੇਟ ਚਾਹੀਦਾ ਆ। ਓਕੇ, ਪਹਿਲੀ ਕੁਐਸਚਨ ਉਹਨੂੰ ਪੁੱਛਦੇ ਕਿ ਤੁਸੀਂ ਨੈਕਸਟ ਬੈਂਕ 'ਤੇ ਜਾਓਗੇ, ਤੁਸੀਂ ਯੂ ਹੈਵ ਟੂ ਕੁਆਲੀਫਾਈ। ਉਹ ਤਾਂ ਸਾਡੇ ਕੋਲ ਹੋਣੀ ਨਹੀਂ। ਕਲਾਇੰਟ ਰੈਕਗਨਾਈਜ਼ ਕਰਦਾ ਕਿ ਅਸੀਂ ਕੁਆਲੀਫਾਈ ਨਹੀਂ ਕਰਦੇ ਅੱਜ, ਫਿਰ ਤੁਸੀਂ ਕਿਉਂ ਰੇਟ ਸ਼ੌਪ ਕਰ ਰਹੇ ਹੋ? ਫਿਰ ਵੀ ਸਾਨੂੰ ਰੇਟ ਘੱਟ ਲੈ ਕੇ ਦੇ ਦਿਓ। ਤੁਸੀਂ ਆਹ ਦੇਖੋ ਕਿ ਤੁਸੀਂ ਰੈਕਗਨਾਈਜ਼ ਕਰਦੇ ਆ ਕਿ ਅਸੀਂ ਨਹੀਂ ਕੁਆਲੀਫਾਈ ਕਰਦੇ। ਸਾਡੇ ਕਲਚਰ 'ਚ ਇੱਕ ਆਦਤ ਹੈ ਸਾਡੇ ਬਹੁਤ ਸਾਰੇ ਲੋਕਾਂ ਨੂੰ ਵੀ ਜੋ ਮਰਜ਼ੀ ਹੋਵੇ ਇੱਕ ਵਾਰ ਟਰਾਈ ਤੇ ਕਰ ਲਓ। ਨਹੀਂ ਮੈਂ ਤਾਂ ਨਾ ਨਹੀਂ ਕਹਿੰਦੀ ਕਿ ਦੇਖੋ ਵੀ ਆਲ ਵਾਂਟ ਟੂ ਸੇਵ ਮਨੀ। ਦੇਖੋ ਕਿਤੇ 2% ਦੀ ਮੌਰਗੇਜ, ਕਿਤੇ 4.5 ਦੀ ਜਾਂ 4 ਦੀ। ਆਈ ਅੰਡਰਸਟੈਂਡ ਕਿ ਤੁਹਾਡੀ ਪੇਮੈਂਟ ਵਧੂਗੀ, ਪਰ ਤੁਸੀਂ ਵੱਡੀ ਪਿਕਚਰ ਦੇਖੋ। ਜੋ ਤੁਹਾਨੂੰ ਆਪ ਨੂੰ ਪਤਾ ਕਿ ਅਸੀਂ ਨਹੀਂ ਕੁਆਲੀਫਾਈ ਕਰਦੇ ਤਾਂ ਤੁਸੀਂ ਕਿਉਂ ਇਸੇ ਹੈਬਿਟ ਕਰਕੇ ਤੇ ਫਸੇ ਹੋਏ ਆਪਾਂ ਇੰਨੇ ਜ਼ਿਆਦਾ। ਓਕੇ, ਮੈਂ ਉਹਨਾਂ ਨੂੰ ਕਹਿੰਦੀ ਹਾਂ ਚਲੋ ਤੁਸੀਂ ਕਹਿੰਦੇ ਕਿ ਮੈਂ ਨਾ ਪੇਪਰ ਵਰਕ ਕਰਾ ਕੇ ਕੁਆਲੀਫਾਈ ਕਰ ਲੂੰਗਾ। ਮੇਰਾ ਨੈਕਸਟ ਕੁਐਸਚਨ, ਪੇਪਰ ਵਰਕ ਨੂੰ ਵੀ ਤੁਸੀਂ ਪੈਸੇ ਦਿਓਗੇ, ਲਾਇਰ ਦੀ ਵੀ ਫੀ ਦਿਓਗੇ, ਕਿੰਨਾ ਤੁਸੀਂ ਬਚਾ ਲਿਆ 4.2 ਅਤੇ 4.4 'ਚ? ਕਿੰਨਾ ਤੁਸੀਂ ਉਹ ਖਰਚਾ ਕਰੋਗੇ, ਰਿਸਕ ਲਓਗੇ, ਪੂਰਾ ਪ੍ਰੋਸੈਸ ਵਾਪਸ ਸ਼ੁਰੂ ਹੋਊਗਾ। ਆਪਦੇ ਸੈਲਫ ਨੂੰ ਪੁੱਛੋ। ਉਹ 0.5% 1% 0.5% ਰੇਟ ਆਫ ਇੰਟਰਸਟ ਜੇ ਜ਼ਿਆਦਾ ਹੈ। ਹਾਂਜੀ, ਅਤੇ 1% ਕਿਹਨੂੰ ਤੁਸੀਂ ਉਹ ਪੇਪਰ ਵਰਕ ਕਰ ਰਿਹਾ ਤੁਸੀਂ ਉਹਨੂੰ ਦਿਓਗੇ। ਤੁਹਾਨੂੰ ਲਾਇਰ ਫੀ ਵਾਪਸ ਦੇਣੀ ਪਊਗੀ, ਡਿਸਚਾਰਜ ਫੀ ਹੋਊਗੀ। ਆਪਦੇ ਸੈਲਫ ਨੂੰ ਪੁੱਛੋ ਤੁਸੀਂ ਕਿੰਨਾ ਬਚਾ ਲਿਆ। ਹਾਂ, ਆਹ ਚੀਜ਼ ਮੈਂ ਜ਼ਰੂਰ ਕਹੂੰਗੀ, ਜੋ ਤੁਹਾਡੇ ਕੋਲ ਮੌਰਗੇਜ ਹੈਗੀ ਹੈ ਨੈਗੋਸ਼ੀਏਟ ਕਰੋ ਆਪਦੇ ਐਗਜ਼ਿਸਟਿੰਗ ਲੈਂਡਰ ਨਾਲ। ਨੋਟ ਕਿ ਉਹਨੇ ਤੁਹਾਨੂੰ ਰੀਨਿਊਅਲ ਪੈਕੇਜ ਭੇਜਤਾ, ਆਹ 3 ਈਅਰ ਆਹ ਵੇਰੀਏਬਲ ਆ। ਨੈਗੋਸ਼ੀਏਟ ਕਰੋ। ਆਈ ਗਾਈਡ all clients। ਅੱਜ ਤੁਸੀਂ ਮੇਰੇ ਕਲਾਇੰਟ ਨਹੀਂ, ਇਟ ਡਜ਼ਨਟ ਮੈਟਰ, ਪਰ ਮੈਂ ਤੁਹਾਨੂੰ ਸਾਰੇ ਕਲਾਇੰਟਸ ਨੂੰ ਆਹ ਗਾਈਡ ਕਰਦੇ ਜੋ ਤੁਸੀਂ ਰੀਫਾਈਨੈਂਸ ਨਹੀਂ ਕਰਨਾ, ਤੁਸੀਂ ਪੈਸੇ ਨਹੀਂ ਕਢਾਉਣੇ, ਤੁਸੀਂ ਕੋਈ ਡੈਟ ਕੰਸੋਲੀਡੇਸ਼ਨ ਨਹੀਂ ਕਰਨੀ। ਹਾਂ, ਯੂ ਵਾਂਟ ਦ ਬੈਸਟ ਰੇਟ। ਬਿਫੋਰ ਤੁਸੀਂ ਸ਼ੌਪ ਅਰਾਊਂਡ ਕਰੋ, ਆਪਦੇ ਐਗਜ਼ਿਸਟਿੰਗ ਲੈਂਡਰ ਨਾਲ ਨੈਗੋਸ਼ੀਏਟ ਕਰੋ। ਐਂਡ ਬਿਲੀਵ ਮੀ ਸ਼ਮੀਲ ਜੀ, majority of the time ਤੁਹਾਡਾ ਐਗਜ਼ਿਸਟਿੰਗ ਲੈਂਡਰ ਵਿਲ ਗਿਵ ਯੂ ਅ ਕੰਪੈਟੀਟਿਵ ਰੇਟ ਬਿਕੋਜ਼ ਦੇ ਵਾਂਟ ਟੂ ਰਿਟੇਨ ਯੂ। ਸਾਰੀ ਕੰਪੀਟ ਕਰਨ ਦੀ ਕੋਸ਼ਿਸ਼ ਕਰ ਰਹੇ, ਬਿਕੋਜ਼ ਉਹ ਰਿਟੇਨ ਕਰਨਾ ਚਾਹੁੰਦੇ ਆ ਤੁਹਾਨੂੰ। ਸੋ ਬੇਸਿਕਲੀ ਜੇ ਇਹ ਸਾਰੇ ਸਿਸਟਮ ਦੀ ਸਮਝ ਹੋਏ ਤਾਂ ਮੇਰੇ ਖਿਆਲ ਹੈ ਮਾਰਕੀਟ 'ਚ ਬੈਟਰ ਤਰੀਕੇ ਨਾਲ ਨੈਵੀਗੇਟ ਕਰ ਸਕਦੇ ਆ ਜਿਹੜੇ ਸਾਡੇ ਕਰ ਸਕਦੇ ਆ। ਰਾਈਟ ਬੰਦੇ ਨਾਲ ਕੰਮ ਕਰੋ। ਤੁਸੀਂ ਆਪ 'ਤੇ ਵੀ ਰਿਸਪੋਂਸੀਬਿਲਿਟੀ ਲਓ ਸਮਝਣ ਨੂੰ ਕਿ ਕੀ ਮੇਰੀ ਪਰਸਨਲ ਸਿਚੁਏਸ਼ਨ ਆ। ਕੁਐਸਚਨਸ ਪੁੱਛੋ, ਆਸਕ ਤੁਹਾਡੇ ਰੀਅਲਟਰਸ ਨੂੰ ਪੁੱਛੋ, ਤੁਹਾਡੇ ਮੌਰਗੇਜ ਏਜੰਟਸ ਨੂੰ ਪੁੱਛੋ, ਤੁਹਾਡੇ ਲਾਇਰਸ ਨੂੰ ਪੁੱਛੋ। ਤੁਹਾਡੀ ਵੀ ਇੱਕ ਰਿਸਪੋਂਸੀਬਿਲਿਟੀ ਹੈਗੀ ਆ। ਜਿਹੜੇ ਮੰਨਿਆ ਬੈਂਕ ਦਾ ਤੋਂ ਲੋਨ ਵਾਪਸ ਨਹੀਂ ਹੋਇਆ, ਓਕੇ, ਬੈਂਕ ਤੁਹਾਡਾ ਘਰ ਲੈ ਲੇਗਾ ਤੇ ਵੇਚ ਦੇਗਾ। B ਲੈਂਡਰ ਤੋਂ ਜਾਂ C ਲੈਂਡਰ ਤੋਂ ਪ੍ਰਾਈਵੇਟ ਤੋਂ ਤੁਹਾਡਾ ਲੋਨ ਵਾਪਸ ਨਹੀਂ, ਉਹ ਕੀ ਕਰਦੇ ਨੇ? ਇਹਦੇ 'ਚ ਕੁਛ ਫਰਕ ਹੁੰਦਾ? ਸੇਮ ਪ੍ਰੋਸੈਸ ਆ ਸਾਰਿਆਂ ਦਾ। ਅੱਛਾ, ਆਹ ਯਾਰ ਲੈਟਸ ਸੇ ਤੁਹਾਡੇ ਕੋਲ ਅੱਜ ਫਰਸਟ ਮੌਰਗੇਜ ਆ ਅਤੇ ਸੈਕੰਡ ਮੌਰਗੇਜ ਆ, ਤੁਹਾਡੇ ਕੋਲ ਨਹੀਂ ਪੇ ਹੋ ਰਹੀ, ਤੁਹਾਡੇ ਬੈਂਕ ਨੇ ਘਰ ਲੈ ਲਿਆ ਵੇਚਣ ਨੂੰ। ਫਰਸਟ ਇਨ ਪੋਜੀਸ਼ਨ A ਬੈਂਕ ਨੂੰ ਪੈਸੇ ਜਾਣਗੇ, ਸੈਕੰਡ ਇਨ ਪੋਜੀਸ਼ਨ B ਬੈਂਕ ਕੋਲ, ਸੈਕੰਡ ਪੋਜੀਸ਼ਨ ਜਾਣਗੇ ਕਿੰਨੇ ਤੁਹਾਨੂੰ ਸੈਕੰਡ ਮੌਰਗੇਜ ਦਿੱਤੀ ਹੈ। ਤਾਂ ਹੀ ਸੈਕੰਡ ਮੌਰਗੇਜ ਦਾ ਰੇਟ ਜ਼ਿਆਦਾ ਹੁੰਦਾ ਬਿਕੋਜ਼ ਉਹਨਾਂ ਦਾ ਰਿਸਕ ਵੀ ਜ਼ਿਆਦਾ ਹੁੰਦਾ। ਉਹ ਸੈਕੰਡ ਪੋਜੀਸ਼ਨ 'ਚ ਆਉਂਦੇ ਆ। ਅੱਛਾ, ਇੱਕ ਕੁਐਸਚਨ ਆਇਆ ਕਿ ਕੋਈ ਫੈਡਰਲ ਜਿਹੜੀ ਕੋਈ ਰੀਸੈਂਟ ਅਨਾਊਂਸਮੈਂਟ ਹੈ ਉਹਦੇ 'ਚ ਕੁਛ ਇਹੋ ਜਿਹਾ ਹੈਗਾ ਕਿ ਜੇ ਤੁਸੀਂ ਇੱਕ ਬੈਂਕ ਨੇ ਕੁਆਲੀਫਾਈ ਕਰ ਲਿਆ ਤਾਂ ਤੁਹਾਨੂੰ ਦੂਜੇ ਕੋਲ ਜਾ ਕੇ ਦੁਬਾਰਾ ਕੁਆਲੀਫਾਈ ਕਰਨ ਦੀ ਜ਼ਰੂਰਤ ਨਹੀਂ? ਹਾਂਜੀ, ਦੈਟ ਇਜ਼ ਅ ਵੈਰੀ ਇੰਪੋਰਟੈਂਟ ਕੁਐਸਚਨ ਕਿ ਅੱਜ ਤੁਸੀਂ ਇੱਕ ਬੈਂਕ ਨਾਲ ਆ ਅਤੇ ਤੁਹਾਡੀ ਰੀਨਿਊਅਲ ਆ ਰਹੀ ਹੈ, ਨਾਟ ਕਿ ਇਨ ਬਿਟਵੀਨ ਦ ਟਰਮ ਤੁਸੀਂ ਕਰ ਸਕਦੇ। ਰੀਨਿਊਅਲ ਆ ਰਹੀ ਹੈ ਤੁਹਾਡੀ, ਰੀਨਿਊਅਲ ਨਵੰਬਰ 30 ਤਾਂ ਤੁਸੀਂ ਦੂਸਰੇ ਬੈਂਕ ਕੋਲ ਜਾਣਾ ਚਾਹੁੰਦੇ ਹੋ ਬਿਕੋਜ਼ ਉਹ ਤੁਹਾਨੂੰ ਬੈਟਰ ਰੇਟ ਦੇ ਰਿਹਾ। ਸਟ੍ਰੈਸ ਟੈਸਟ ਨਹੀਂ ਹੋਊਗਾ। ਓਕੇ, ਅੱਜ ਦਾ ਰੇਟ 4.2 ਆ 3 ਈਅਰ ਫਿਕਸ। ਕਲਾਇੰਟ ਨੇ 3 ਈਅਰ ਫਿਕਸ ਲੈਣਾ ਆ।
ਤੁਹਾਨੂੰ ਕੁਆਲੀਫਾਈ ਕਰਨਾ ਪਊਗਾ at 4.2, not stress test rate which is 6.2 rate plus 2%. You still have to qualify at the rate the bank is giving you. For ਕਿਹੜਾ ਅੱਜ ਜੋ 3 of ਮਤਲਬ ਇਹ ਹੈ ਕਿ ਤੁਹਾਡੀ ਸਿੰਪਲ ਸ਼ਬਦਾਂ ਚ ਆਮ ਲੇਮੈਨ ਹਾਂਜੀ। ਬੰਦੇ ਲਈ ਕਿ ਤੁਹਾਡਾ ਜਿਹੜੀ ਕੁਆਲੀਫਿਕੇਸ਼ਨ ਹੈ ਕੰਪੈਰੀਟਿਵਲੀ ਸੌਖੀ ਤਾਂ ਹੁਣ ਹੋ ਗਈ ਹੈ, ਸੌਖੀ ਹੋਗੀ but ਪਰ still have to qualify. ਕੁਆਲੀਫਾਈ ਤੁਹਾਨੂੰ ਫਿਰ ਵੀ ਕਰਨਾ ਪਊਗਾ। ਹਾਂਜੀ, ਆ ਨਹੀਂ ਕਿ ਹਾਂ ਮੈਨੂੰ ਸਵਿਚ ਕਰ ਦਿਓ ਤੇ I don't need to qualify. You still have to qualify at the rate the bank is giving you. ਕਾਫੀ ਮੇਰੇ ਕੋਲ ਕਮੈਂਟ ਆ ਰਹੇ ਆ, ਗੱਲਬਾਤ ਨੂੰ ਕਈ ਲਾਈਕ ਕਰ ਰਹੇ ਨੇ, ਕੁਛ ਨਾਲ ਕੁਐਸਚਨਸ ਵੀ ਨੇ। ਸੋ ਹੁਣ ਪਰ ਟਾਈਮ ਮੈਨੂੰ ਕਹਿ ਰਿਹਾ, ਘੜੀ ਕਹਿ ਰਹੀ ਹੈ ਕਿ ਹੁਣ ਸਾਨੂੰ ਗੱਲ ਆਪਣੀ ਇੱਥੇ ਖਤਮ ਕਰਨੀ ਪੈਣੀ ਹੈ, ਤੇ ਤੁਸੀਂ ਜਾਣ ਤੋਂ ਪਹਿਲਾਂ ਜੇ ਆਪਣਾ ਨੰਬਰ ਸ਼ੇਅਰ ਕਰ ਸਕੋ। ਹਾਂਜੀ, 647-505-8643। शिमिल जी, मैं एक चीज़ ਜ਼ਰੂਰ ਕਹਿਣਾ ਚਾਹੁੰਦਾ ਕਿ ਆਪਣੇ ਬਹੁਤ ਕਲਾਇੰਟਸ ਓਨਟਾਰੀਓ 'ਚ, ਅਲਬਰਟਾ 'ਚ ਵੀ ਇਨਵੈਸਟ ਕਰ ਰਿਹਾ। ਉਹ ਵੀ ਸਾਰੇ ਕੋਈ ਵੀ ਕੁਐਸਚਨਸ, ਉਹਨੂੰ ਕੋਈ ਵੀ ਗਾਈਡੈਂਸ ਚਾਹੀਦੀ ਹੈ ਉਹਦੇ 'ਤੇ, ਆਈ ਐਮ ਵੈਰੀ ਹੈਪੀ ਟੂ ਹੈਲਪ ਯੂ ਔਨ ਅਲਬਰਟਾ ਦੀ ਮਾਰਕੀਟ 'ਤੇ ਵੀ। ਜਦੋਂ ਇੱਕ ਨਾਲ ਉਹਨਾਂ ਦਾ ਦੁਬਾਰਾ ਕੁਐਸਚਨ ਹੈ, ਜੇ ਦੁਬਾਰਾ ਬੈਂਕ ਕੋਲ ਜਾਂਦੇ ਹੋ ਕਿਸੇ ਦੂਸਰੇ ਕੋਲ, ਉਹਨਾਂ ਦਾ ਕਹਿਣਾ ਕਿ ਸਾਰਾ ਪੇਪਰ ਵਰਕ ਦੁਬਾਰਾ ਤੁਹਾਨੂੰ ਸਬਮਿਟ ਕਰਨਾ ਪਏਗਾ। ਮੇਰੇ ਖਿਆਲ ਬਿਲਕੁਲ ਜੀ ਕਰਨਾ ਹੀ ਪਏਗਾ। ਕੁਆਲੀਫਾਈ ਕਰਨਾ, ਹਾਂਜੀ 100% ਯੂ ਹੈਵ ਟੂ ਕੁਆਲੀਫਾਈ। ਮਤਲਬ ਕਿ ਤੁਹਾਨੂੰ ਜੇ ਪਹਿਲਾਂ ਪੇਪਰ ਤੁਸੀਂ ਇਨਫਲੇਟਡ ਲਾਏ ਨੇ ਤਾਂ ਦੁਬਾਰਾ ਲਾਉਣੇ ਪੈਣਗੇ। ਹਾਂ, ਜੋ ਉਸ ਰਸਤੇ 'ਚ ਦੁਬਾਰਾ ਨਿਕਲਣਾ ਪਏਗਾ। ਕਰੈਕਟ। ਜਿਹੜਾ ਕਿ ਗਲਤ ਹੈ ਵੈਸੇ। ਉਹੀ ਹੈ ਨਾ, ਠੀਕ ਹੈ, ਜਿਵੇਂ LMIA ਬਾਰੇ ਇਹਨੂੰ ਨਾਰਮਲਾਈਜ਼ ਕਰ ਲਿਆ ਕਿ LMIA ਵਿਕਦੀ ਹੁੰਦੀ ਹੈ, ਇੱਦਾਂ ਹੀ ਅਸੀਂ ਹੁਣ ਮੌਰਗੇਜ ਦਾ ਵੀ ਇੱਦਾਂ ਹੀ ਬਣਾ ਲਿਆ, ਪਰ ਹੈ ਤੇ ਇਹ ਰੂਲਸ ਤੋਂ ਬਾਹਰ ਹੈ, ਗੱਲ ਵਾਇਲੇਸ਼ਨ ਹੈ ਰੂਲਸ। ਹਾਂਜੀ, ਅਬ ਕਿੱਦਾਂ ਤੁਸੀਂ ਕਿਹਾ ਸ਼ਮੀਲ ਜੀ, ਔਰ ਬਲਕਿ ਇਹ ਵੀ ਖੈਰ ਪਤਾ ਹੋਣਾ ਚਾਹੀਦਾ ਕਿ ਬੇਸਿਕਲੀ ਬੜੀ ਇਹ ਸੀਰੀਅਸ ਵਾਇਲੇਸ਼ਨ ਹੈ, ਤੇ ਜੇ ਤੁਸੀਂ ਪਕੜੇ ਜਾਂਦੇ ਹੋ ਤੁਹਾਡੇ ਤੇ ਫਰਾਡ ਦੇ ਚਾਰਜਸ ਲੱਗ ਸਕਦੇ ਆ। ਸ਼ਮੀਲ ਜੀ, ਉਹੀ ਤਾਂ ਮੈਂ ਕਹਿ ਰਹੀ, ਕਈ ਕਲਾਇੰਟਸ ਚਲ ਜਾਂਦੇ ਆ, ਹੁਣ ਉਹ ਵਾਪਸ ਉਹ ਬੈਂਕ 'ਤੇ ਕਦੀ ਨਹੀਂ ਵਾਪਸ ਜਾ ਸਕਦੇ, ਬਿਕੋਜ਼ ਤੁਹਾਨੂੰ ਆ ਨਹੀਂ ਪਤਾ ਉਹਨੇ ਕਿੰਨੇ ਵੀ ਪੇਪਰ ਪਾਏ, ਕਿਹੜੇ ਪੇਪਰ ਪਾਏ, ਕਿਹੜੀ ਇਨਕਮ ਦਿਖਾਈ, ਨੰਬਰ 1। ਨੰਬਰ 2, ਜਦੋਂ ਤੁਹਾਡੀ ਫਾਈਲ ਪਕੜੀ ਗਈ ਹੈ ਫਿਰ ਤਾਂ ਤੁਸੀਂ ਉੱਥੇ ਜਾ ਹੀ ਨਹੀਂ ਸਕਦੇ ਵਾਪਸ। ਜੇ ਕੋਈ ਚਾਹੇ ਤਾਂ ਤੁਹਾਨੂੰ ਹੋਰ ਵੀ ਅੱਗੇ ਸਰਕਾਰ ਫਸਾ ਸਕਦੀ ਹੈ, ਹਾਂਜੀ, ਜੇ ਚਾਹੇ। ਹਾਂ, ਤੁਸੀਂ ਕਿਉਂ ਰਿਸਕ ਲੈਣੇ ਆ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸ਼ਮੀਲ ਜੀ।